ਰਾਜਨੀਤਿਕ ਰਾਜਨੇਤਾ ਅੱਜ-ਕੱਲ ਲੁਧਿਆਣਾ ਦੇ ਆਤਮਨਗਰ ਵਿਧਾਨ ਸਭਾ ਹਲਕੇ ਦੀ ਹੋਵੇਗੀ। ਆਤਮਨਗਰ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਆਪਣਾ ਵਿਧਾਇਕ ਚੁਣਿਆ। ਬੈਂਸ ਆਪਣੇ ਦਬੰਗ ਸੁਭਾਅ ਤੇ ਕਈ ਵਿਵਾਦਾਂ ਕਰਕੇ ਅਕਸਰ ਚਰਚਾ 'ਚ ਰਹਿੰਦੇ ਨੇ। ਬੈਂਸ ਦੇ ਖਿਲਾਫ ਕਈ ਅਪਰਾਧਿਕ ਮਾਮਲੇ ਵੀ ਦਰਜ ਨੇ। ਅੱਜ-ਕੱਲ ਬੈਂਸ ਦੀ ਸਿਆਸਤ ਤੇ ਉਹਨਾਂ ਨਾਲ ਜੁੜੇ ਵਿਵਾਦਾਂ ਤੇ ਆਮ ਲੋਕਾਂ ਦੇ ਮੁੱਦਿਆਂ ਦੀ ਹੋਵੇਗੀ। ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਵੀ ਨੇ ਤੇ ਆਤਮਨਗਰ ਹਲਕੇ ਤੋਂ ਵਿਧਾਇਕ ਵੀ ਨੇ। ਸਿਮਰਜੀਤ ਬੈਂਸ ਦਾ ਆਪਣਾ ਇੱਕ ਔਰਾ ਹੈ, ਲਗਾਤਾਰ ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਬਣਾਉਂਦੇ ਜਾ ਰਹੇ ਨੇ। ਅਸੀਂ ਉਸ ਵੇਲੇ ਉਹਨਾਂ ਦੇ ਦਫ਼ਤਰ ਪਹੁੰਚ ਚੁੱਕੇ ਹਾਂ ਤਾਂ ਗੱਲਬਾਤ ਵੀ ਕਰਾਂਗੇ ਔਰ ਦੇਖਦੇ ਹਾਂ ਕਿ ਉਹਨਾਂ ਦੇ ਦਫ਼ਤਰ ਦੇ ਕੀ ਹਾਲਾਤ ਨੇ, ਕਿਸ ਤਰ੍ਹਾਂ ਲੋਕ, ਕਿਉਂਕਿ ਸਰਕਾਰ ਤਾਂ ਇਹਨਾਂ ਦੀ ਹੈ ਨਹੀਂ ਹੈ। ਲੋਕ ਇਨਸਾਫ ਪਾਰਟੀ ਦੀ ਪੰਜਾਬ ਵਿੱਚ ਕਾਂਗਰਸ ਸਰਕਾਰ ਹੈ, ਪਰ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਸਿਮਰਜੀਤ ਬੈਂਸ ਦੇ ਕੋਲ ਤੁਸੀਂ ਦੇਖ ਸਕਦੇ ਹੋ ਕਿ ਇਕੱਠ ਕਾਫੀ ਹੈ। ਲੋਕ ਯਾਨੀ ਇੱਥੇ ਕਾਫੀ ਆ ਰਹੇ ਨੇ। ਦਫ਼ਤਰ ਬਣਾਇਆ ਹੋਇਆ ਉਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਦੀ ਗੱਲਬਾਤ ਸੁਣਨ ਦੇ ਲਈ, ਉਹਨਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ। ਤਾਂ ਸਿਮਰਜੀਤ ਸਿੰਘ ਬੈਂਸ ਵੀ ਇਸ ਵੇਲੇ ਅੰਦਰ ਮੌਜੂਦ ਨੇ ਔਰ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ, ਆਪਣੇ ਹਲਕੇ ਦੇ ਲੋਕਾਂ ਦੇ ਨਾਲ। ਬੈਂਸ ਸਾਹਿਬ ਬੁਲਾ ਦੇ ਯਾਰ ਉਹਨਾਂ ਨੂੰ। ਸਤਿ ਸ਼੍ਰੀ ਅਕਾਲ ਜੀ ਬੈਂਸ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਬਰਾੜ ਸਾਹਿਬ ਠੀਕ ਹੋ? ਬਹੁਤ ਵਧੀਆ ਜੀ। ਤਾਂ ਅਸੀਂ ਦੇਖ ਰਹੇ ਹਾਂ ਕਿ ਬਾਹਰ ਕੱਟ-ਕੁੱਟ ਵਾਵਾ, ਸਰਕਾਰ 'ਚ ਤਾਂ ਤੁਸੀਂ ਹੈ ਨਹੀਂ ਗੇ, ਆਪਦੀ ਤੁਹਾਡੀ ਵੱਖਰੀ ਪਾਰਟੀ ਹੈ। ਤੇ ਜਿਸ ਤਰ੍ਹਾਂ ਦੇ ਹਾਲਾਤ ਨੇ, ਕਾਂਗਰਸ ਦੇ ਕਈ ਵਿਧਾਇਕ ਮੰਤਰੀ ਤੱਕ ਵੀ ਇਸ ਗੱਲੋਂ ਖਫਾ ਨੇ ਕਿ ਸੁਣਵਾਈ ਤਾਂ ਸਾਡੀ ਹੈ ਨਹੀਂ, ਸਾਡੇ ਕੰਮ ਨਹੀਂ ਹੁੰਦੇ, ਤੇ ਤੁਸੀਂ ਵਿਰੋਧੀ ਧਿਰ 'ਚ ਬੈਠੀ ਵਾਵਾ ਕੱਟ ਕਰੀ ਬੈਠੇ। ਲੋਕਤੰਤਰ ਲੋਕਾਂ ਦਾ ਰਾਜ, ਲੋਕ ਹੀ ਬੈਠੇ, ਇਹਨਾਂ ਦਾ ਰਾਜ ਹੈ। ਅਸੀਂ ਇਹ ਮਾਲਕ ਲੋਕਾਂ ਦੇ, ਅਸੀਂ ਵੋਟ ਲੈ ਕੇ ਅਸਲ ਨੌਕਰ ਹੈਗੇ। ਔਰ ਜਿਹੜਾ ਨੌਕਰ ਬਰਾੜ ਸਾਹਿਬ ਦਿਆਨਤਦਾਰੀ ਤੇ ਇਮਾਨਦਾਰੀ ਨਾਲ ਆਪਣੇ ਮਾਲਕ ਦੀ ਨੌਕਰੀ ਕਰਦਾ ਨਾ, ਉਹਨੂੰ ਆਪਣੇ ਮਾਲਕ ਤੇ ਨਾਜ਼ ਬੜਾ ਹੁੰਦਾ। ਅਸੀਂ ਨੌਕਰੀ ਕਰਦੇ ਹਾਂ ਇਮਾਨਦਾਰੀ ਤੇ ਦਿਆਨਤਦਾਰੀ ਨਾਲ। ਇਹ ਗੁਰੂ ਦੀ ਕਿਰਪਾ, ਇਹਨਾਂ ਦੀਆਂ ਦੁਆਵਾਂ ਨੇ। ਇਹਨਾਂ ਦਾ ਦਿੱਤਾ ਹੋਇਆ ਕੰਮ ਉਹ ਕਿਸੇ ਸਰਕਾਰੀ ਮਹਿਕਮੇ ਦਾ ਕਦੇ ਅਧੂਰਾ ਨਹੀਂ ਰਿਹਾ। ਸਤਿ ਸ਼੍ਰੀ ਅਕਾਲ ਜੀ ਮਾਂ ਸਾਹਿਬ। ਉਹ ਕੰਮ ਹਮੇਸ਼ਾ ਹੂ-ਬਹੂ ਪੂਰਾ ਕਰਨ ਤੋਂ ਬਾਅਦ ਮੇਰਾ ਜਿਹੜਾ ਦਫ਼ਤਰੀ ਸਟਾਫ ਤੇ ਫੀਲਡ ਸਟਾਫ, ਉਹ ਫਿਰ ਫੋਨ ਕਰਦੇ ਆ ਦਫ਼ਤਰੀ ਸਟਾਫ ਵਾਲੇ ਵੀ ਤੁਸੀਂ ਫਲਾਨਾ ਕੰਮ ਦੇ ਕੇ ਗਏ ਸੀ, ਤੁਹਾਡਾ ਉਹ ਕੰਮ ਹੋ ਗਿਆ, ਕਿਰਪਾ ਕਰਕੇ ਆਪਣਾ ਕੰਮ ਲੈ ਜਾਓ। ਫਿਰ ਇਹ ਨਾਲੇ ਤਾਂ ਦਰਸ਼ਨ ਦਿਦਾਰੇ ਹੋ ਜਾਂਦੇ ਆ, ਮਹਿਮਾਨ ਨਵਾਜੀ ਹੋ ਜਾਂਦੀ ਆ, ਤੇ ਨਾਲੇ ਫਿਰ ਅਗਲੇ ਨੂੰ ਉਹ ਕੰਮ ਜਿਹੜਾ ਲੋਕ ਇਨਸਾਫ ਪਾਰਟੀ ਦਾ ਕਨਸੈਪਟ ਕੀ ਆ, ਰਾਜਨੀਤੀ ਦੇ ਵਿੱਚੋਂ ਭ੍ਰਿਸ਼ਟਾਚਾਰ ਦੀ ਦਲਦਲ ਦੀ ਸਫਾਈ ਤੇ ਲੋਕਾਂ ਦੇ ਕੰਮ ਬਿਨਾਂ ਖੱਜਲ ਖੁਆਰੀ ਤੇ ਬਿਨਾਂ ਭ੍ਰਿਸ਼ਟਾਚਾਰ ਤੋਂ। ਅਸੀਂ ਆਪਣੇ ਸਿਧਾਂਤ ਅਨੁਸਾਰ ਸਾਰੇ ਜਾਣੇ ਸਮਰੱਥ ਹਾਂ। ਸਾਡੇ ਕੌਂਸਲਰ ਸਾਹਿਬਾਨ ਵੀ ਆਉਣੇ ਸ਼ੁਰੂ ਹੋ ਗਏ। ਹਰ ਕੌਂਸਲਰ ਦੀ ਇੱਕ ਦਿਨ ਇੱਥੇ ਡਿਊਟੀ ਹੈਗੀ ਹੈ। ਬੜੇ ਬੈਂਸ ਸਾਹਿਬ ਦਾ ਦਫ਼ਤਰ ਨਾਲ ਵਾਲੇ ਪਾਸੇ ਆ। ਇੱਕ ਕੌਂਸਲਰ ਡੇਲੀ ਆਊਗਾ। ਅਫਸਰ ਤੁਹਾਡੀ ਸੁਣਵਾਈ ਕਰਦੇ ਆ, ਸਾਰੇ ਕੰਮ ਹੁੰਦੇ 101%। ਬੈਂਸ ਸਾਹਿਬ ਇਹ ਸਰਕਾਰ 'ਚ ਸੈਟਿੰਗ ਹੈ ਕਿ ਇੱਕ ਚਰਚਾ ਇਹ ਵੀ ਹੈ ਕਿ ਬੈਂਸ ਸਾਹਿਬ ਜਿਹੜੇ ਇਤਿਹਾਸ ਦੇ ਆ, ਇਹ ਤੱਤੇ ਬੜੇ ਛੇਤੀ ਹੋ ਜਾਂਦੇ ਆ। ਚਾਹੇ ਕੋਈ ਸਰਕਾਰੀ ਦਫ਼ਤਰ ਹੋਵੇ, ਪ੍ਰਾਈਵੇਟ ਹੋਵੇ, ਆਂਦੇ ਉੱਥੇ ਜਾ ਕੇ ਡੰਡਾ ਖੜਕਾ ਦਿੰਦੇ ਆ, ਲੋਕ ਡਰਦੇ ਕੰਮ ਕਰੀ। ਦੇਖੋ ਜਿਹੜੀ ਸੈਟਿੰਗ ਵਾਲੀ ਗੱਲ ਹੈ ਨਾ, ਵਿਰੋਧੀਆਂ ਦੇ ਤੁਸੀਂ ਮੂੰਹ ਨਹੀਂ ਫੜ ਸਕਦੇ। ਵਿਰੋਧੀ ਨੇ ਆਪਣਾ ਪ੍ਰਚਾਰ ਜੋ ਉਹਨੂੰ ਚੰਗਾ ਲੱਗਦਾ ਨਾ, ਜਿਹਦੇ ਨਾਲ ਉਹਦੇ ਮਨ ਤੇ ਦਿਲ ਨੂੰ ਖੁਸ਼ੀ ਮਿਲਦੀ ਹੈ, ਉਹਨੇ ਉਹ ਪ੍ਰਚਾਰ ਕਰਨਾ। ਅਸੀਂ ਕਦੇ ਉਹਦੇ ਪ੍ਰਚਾਰ ਨੂੰ ਗੁੱਸਾ ਨਹੀਂ ਕੀਤਾ। ਬਹੁਤ ਸਾਰੇ ਲੋਕ ਤਾਂ ਇਦੋਂ ਅਗਲੀ ਗੱਲ ਵੀ ਕਹਿੰਦੇ ਬੈਂਸ ਬਲੈਕਮੇਲਰ ਆ। ਉਹ ਕਹਿੰਦੇ ਅਫਸਰਾਂ ਨੂੰ ਬਲੈਕਮੇਲ ਕਰਕੇ ਫਿਰ ਕੰਮ ਕਰਵਾਉਂਦਾ ਲੋਕਾਂ ਦੇ। ਮੈਂ ਕਿਹੜਾ ਖੁਦ ਦੇ ਕਰਾਉਣਾ। ਜੇ ਕੋਈ ਬੇਈਮਾਨ ਅਫਸਰ ਕਿੜਕੀ ਚੜ ਗਿਆ, ਉਹ ਇਹ ਕਹਿੰਦਾ ਵੀ ਮੈਨੂੰ ਇੱਕ ਵਾਰੀ ਛੱਡ ਦਿਓ, ਮੇਰੀ ਕਿਤੇ ਨਾ ਕਿਤੇ ਸੇਵਾ ਲਾ ਲਓ। ਉਹਨੂੰ ਕਹਿੰਦਾ ਚੱਲ ਵੀ ਫਲਾਣੇ ਮੰਦਰ, ਫਲਾਣੇ ਗੁਰਦੁਆਰੇ ਕਾਰ ਸੇਵਾ ਚੱਲਦੀ ਆ, ਚੱਲ। ਨਾਲੇ ਉੱਥੇ ਭਾਈ ਜੀ ਜਾਂ ਪੁਜਾਰੀ ਸਾਹਿਬ ਨੂੰ ਕਹੀਦਾ ਵੀ ਇਹਦੇ ਵੱਲੋਂ ਅਰਦਾਸ ਵਾਹਿਗੁਰੂ ਦੇ ਚਰਨਾਂ 'ਚ ਕਰ ਦਿਓ ਵੀ ਇਹਦੀ ਭੁੱਲ ਬਖਸ਼ਾ ਦਿਓ, ਗਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾ ਕਰੇ। ਕੀ ਮਜਾਲ ਕਿਸੇ ਅਫਸਰ ਦੀ ਵੀ ਉਹ ਕੰਮ ਨਾ ਕਰੇ। ਸੈਟਿੰਗ ਵਾਲੀ ਗੱਲ 10 ਸਾਲ ਬਾਦਲ, 5 ਸਾਲ ਕਾਂਗਰਸ, ਪਹਿਲਾਂ ਬਾਦਲਾਂ ਨਾਲ ਸੈਟਿੰਗ ਅੰਦਰਗਤੀ ਕਹਿੰਦੇ ਸੀ ਵੀ ਤਾਂ ਹੀ ਹੁੰਦੇ ਆ ਇਹਦੇ ਕੰਮ, ਸੈਟਿੰਗ ਹੈਗੀ ਆ। ਹੁਣ ਕਾਂਗਰਸ ਨਾਲ ਸੈਟਿੰਗ ਦੀਆਂ ਚਰਚਾਵਾਂ ਤੋਂ ਆਂਦੇ ਆ ਵੀ ਮੰਤਰੀ ਸਾਹਿਬ ਇੱਥੇ ਬੜੇ ਤੁਹਾਡੇ ਖਾਸ ਨੇ, ਇੱਕ ਉਹਨਾਂ ਨਾਲ ਬੜਾ ਪਿਆਰ ਆ, ਕਹਿੰਦੇ ਉਹ ਵੀ ਕਿਤੇ ਨਾ ਕਿਤੇ ਮੱਦੇ ਮੁੱਦੇ ਕਹਿੰਦੇ ਸਾਰੇ ਕੰਮਾਂ 'ਚ ਹੀ ਕਰ ਦਿੰਦੇ ਆ। ਬਰਾੜ ਸਾਹਿਬ ਤੁਸੀਂ ਨਹੀਂ, ਵੈਸੇ ਹੈਗੀ ਆ ਯਾਰੀ ਹੈਗੀ। ਮੈਂ ਦੱਸਣ ਲੱਗਾ, ਤੁਸੀਂ ਚੰਗੀ ਆਪਣੀ ਦੋਸਤੀ ਆ, ਪਰ ਤੁਹਾਡਾ ਪ੍ਰੋਫੈਸ਼ਨ ਦੋਸਤੀ ਦੇ ਆੜੇ ਨਹੀਂ ਆਉਂਦਾ। ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਪ੍ਰਮੁੱਖਤਾ ਦਿਓਗੇ। ਅੱਜ ਬੈਂਸ ਨੇ ਸੁਭਾਅ ਉਹੀ ਰੱਖਿਆ ਹੋਇਆ ਹੈ ਕਿ ਲੱਗਦਾ ਤੁਹਾਨੂੰ ਕਿ ਹੁਣ ਬਦਲਣ ਦੀ ਲੋੜ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਖੜਕੇ ਦੜਕੇ ਵਾਲਾ ਸੁਭਾਅ ਹੈਗਾ ਤੇ ਤਾਂ ਹੀ ਬੈਂਸ ਹੈ?
ਵਾਰਿਸ ਸ਼ਾਹ ਝੂਠਾ ਹੋ ਜਾਊਗਾ। ਵਾਰਿਸ ਸ਼ਾਹ ਨਾਲ ਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਸੁਭਾਅ ਉਦੋਂ ਬਦਲੀ ਹੋਊਗਾ ਜਦੋਂ ਸੰਧੀਆਂ ਹੋ ਗਈਆਂ, ਜਦੋਂ ਸਮਝੌਤੇ ਹੋ ਗਏ, ਫਿਰ ਸੁਭਾਅ ਦੇ ਵਿੱਚ ਤਬਦੀਲੀ ਆਉਂਦੀ ਹੈ। ਦਬਕਾ ਦੁੱਕਾ ਮਾਰ ਦਿੰਦੇ ਅੰਤਰਾਂ ਨੂੰ। ਰਾਜਨੀਤੀ ਦੇ ਵਿੱਚ ਆਉਣ ਦਾ ਮਿਸ਼ਨ ਬਹੁਤ ਸਾਰੇ ਪੱਤਰਕਾਰ ਦੋਸਤ ਪੁੱਛ ਲੈਂਦੇ ਵੀ ਰਾਜਨੀਤੀ 'ਚ ਆਇਆ ਕਿਉਂ? ਮੈਂ ਆਹੀ ਕੁਝ ਕਰਨ ਵਾਸਤੇ, ਜੋ ਕੁਝ 20 ਸਾਲਾਂ ਤੋਂ ਚੱਲ ਰਿਹਾ ਇਹੀ ਕਰਨ ਦਾ ਮਨ ਦੇ ਅੰਦਰ ਚਾਅ ਸੀਗਾ, ਐਂਡ ਗੁਰੂ ਦੀ ਕਿਰਪਾ ਪ੍ਰਭੂ ਨੇ ਉਹ ਚਾਅ ਪੂਰਾ ਕੀਤਾ। ਆਈ ਐਮ ਵੈਰੀ ਮੱਚ ਸੈਟਿਸਫਾਈਡ ਕਿ ਮੈਂ ਜਿਹੜੇ ਮਿਸ਼ਨ ਨੂੰ ਲੈ ਕੇ, ਜਿਹੜੇ ਟੀਚੇ ਨੂੰ ਲੈ ਕੇ ਰਾਜਨੀਤਿਕ ਸੇਵਾ ਦੇ ਸਫ਼ਰ ਤੇ ਨਿਕਲਿਆ ਸੀ, ਮੈਨੂੰ ਕੁਦਰਤ ਨੇ ਰਸਤੇ ਦਿੱਤੇ ਆ। ਕੁਦਰਤ ਨੇ ਰਸਤੇ ਦਿੱਤੇ। ਕੋਈ ਸਾਲ ਐਸਾ ਨਹੀਂ, ਤੁਸੀਂ ਗਿਣਤੀ ਕਰ ਲਓ ਪਿਛਲੇ 20 ਸਾਲਾਂ ਦੇ ਵਿੱਚ, ਪਰਚੇ ਕਿੰਨੇ ਕੋਈ ਸਾਲ ਐਸਾ ਨਹੀਂ ਜਦੋਂ ਬੈਂਸ ਦੇ ਗਲ ਆਪਣੇ ਵੱਲੋਂ ਇਹਨਾਂ ਨੇ ਕੋਈ ਮਰਿਆ ਸੱਪ ਤੇ ਮੁਸੀਬਤ, ਪਰ ਮੈਂ ਉਸ ਮੁਸੀਬਤ ਨੂੰ ਇੱਕ ਚੈਲੰਜ ਵਜੋਂ ਲਿਆ। ਪਰਚਿਆਂ ਦੀ ਲੜੀ ਕਿੱਥੇ ਕੁ ਪਹੁੰਚ ਗਈ? ਉਹ ਤਾਂ ਹੁਣ ਅਖਬਾਰਾਂ ਦੇ ਵਿੱਚ, ਮੈਨੂੰ ਤਾਂ ਖੁਦ ਨੂੰ ਨਹੀਂ ਸੀ ਪਤਾ 17 ਪਰਚੇ ਹੋਏ ਆ ਕਿਸਾਨ ਅੰਦੋਲਨਾਂ। ਹੁਣੀ ਤਾਂ ਤਹਿਸੀਲਦਾਰ ਮਾਮਲੇ ਤੋਂ ਹੋਈ ਨਾ, ਕਿ ਉਦੋਂ ਹੀ ਪਹਿਲਾਂ? ਨਹੀਂ, ਉਦੋਂ ਪਹਿਲਾਂ। ਉਦੋਂ ਮੈਂ 8ਵੀਂ 'ਚ ਸੀਗਾ ਬਰਾੜ ਸਾਹਿਬ, ਜਦੋਂ ਮੈਂ ਪਹਿਲੀ ਵਾਰੀ ਜੇਲ੍ਹ 'ਚ ਗਿਆ। 8ਵੀਂ ਜਮਾਤ 'ਚ ਪੜ੍ਹਦਾ ਸੀ, ਧਰਮ ਯੁੱਧ ਮੋਰਚਾ ਲੱਗਿਆ। ਉਦੋਂ ਪਹਿਲੀ ਵਾਰੀ ਮੈਨੂੰ ਮੇਰੀ ਖੁਸ਼ਨਸੀਬੀ ਆ ਵੀ ਮੈਂ ਚੰਗੇ ਕਰਮ ਵਾਸਤੇ 8ਵੀਂ 'ਚ ਪੜ੍ਹਦੇ ਹੋਏ ਜੇਲ੍ਹ ਗਿਆ। ਇੱਕ ਜੇਲ੍ਹ ਕੱਟੀ ਲੁਧਿਆਣਾ ਤੇ ਇੱਕ ਕੱਟੀ ਫਿਰੋਜ਼ਪੁਰ, ਮਤਲਬ ਕਿ ਧਰਮ ਯੁੱਧ ਮੋਰਚੇ ਦੇ ਵਿੱਚ 2 ਵਾਰੀ ਗ੍ਰਿਫਤਾਰੀ ਦਿੱਤੀ ਸੀ। ਉਦੋਂ ਉਮਰ 8ਵੀਂ 8 ਤੇ 5 13 12 13 ਸਾਲ ਦੀ ਉਮਰ ਸੀਗੀ। ਸੋ ਹੁਣ 17 ਮੁਕੱਦਮੇ ਤਾਂ ਅਖਬਾਰਾਂ ਵਾਲਿਆਂ ਵਾਸਤੇ ਆ, ਤੁਹਾਡੇ ਵਾਸਤੇ ਆ। ਮੈਂ ਤਾਂ ਕਹਿ ਦਿੰਦਾ ਵੀ ਇਹ ਚੰਗੇ ਕਰਮਾਂ ਵਾਸਤੇ, ਸਮਾਜ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਗੰਦ ਨੂੰ ਸਮਾਪਤ ਕਰਨ ਵਾਸਤੇ ਦਾ 골ਡ ਮੈਡਲ ਹੈ ਦੋਸਤੋ। ਇਹ ਸੋਨੇ ਦੇ ਤਮਗੇ ਹੈਗੇ ਆ। ਚਲੋ ਆਪਾਂ ਅੱਗੇ ਮੁਕੱਦਮਿਆਂ ਦੀ ਵੀ ਗੱਲ ਕਰਾਂਗੇ ਔਰ ਬਾਕੀ ਵੀ ਤੁਹਾਡੇ ਹਲਕੇ ਦੀ ਵੀ ਗੱਲ ਕਰਾਂਗੇ। ਤਾਂ ਫਿਲਹਾਲ ਤੁਸੀਂ ਸੰਗਤ ਭੁਗਤਾਓ, ਅੱਗੇ ਚੱਲ ਕੇ ਫਿਰ ਤੋਂ ਮਿਲਦੇ ਆਪਾਂ ਜੀ। ਮਿਹਰਬਾਨੀ। ਤਾਂ ਸਿਮਰਜੀਤ ਸਿੰਘ ਬੈਂਸ ਆਪਦੀ ਦਬੰਗ ਛਵੀ ਕਰਕੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਮਜ਼ਬੂਤ ਦਾਅਵੇਦਾਰ ਮੰਨਦੇ ਨੇ ਔਰ ਬੈਂਸ ਨੂੰ ਜਾਂ ਬੈਂਸ ਦੇ ਸਮਰਥਕਾਂ ਨੂੰ ਲੱਗਦਾ ਹੈ ਕਿ ਜਿਹੜਾ ਉਹਨਾਂ ਦਾ ਸੁਭਾਅ ਜਾਂ ਜਿਸ ਤਰ੍ਹਾਂ ਦਾ ਸਟਾਈਲ ਹੈ ਉਹ ਸ਼ਾਇਦ ਬਹੁਤੀਆਂ ਫਿਲਮਾਂ 'ਚ ਦੇਖਿਆ ਜਾਂਦਾ, ਪਰ ਲੁਧਿਆਣਾ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਅਸਲ ਦੇ ਵਿੱਚ ਦਿਖਾਉਂਦੇ ਨੇ। ਬੈਂਸ ਸਾਹਿਬ ਸਾਡੇ ਨਾਲ ਫਿਰ ਨੇ। ਬੈਂਸ ਸਾਹਿਬ, ਇਹ ਤਾਂ ਤੁਹਾਡੀ ਚਲੋ ਛਵੀ ਕਿ ਤੁਸੀਂ ਆਪਦੀ ਇੱਕ ਦਬੰਗ ਛਵੀ ਬਣਾਈ ਹੈ, ਚਾਹੇ ਕਿਸੇ ਨੂੰ ਇਤਰਾਜ਼ ਹੋਵੇ ਚਾਹੇ ਕੁਝ ਵੀ, ਪਰ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਲੋਕ ਇਸੇ ਕਰਕੇ ਤੁਹਾਡੇ ਨਾਲ ਡਟੇ ਹੋਏ ਨੇ। ਇਹ ਤੋਂ ਇਲਾਵਾ ਬੈਂਸ ਸਾਹਿਬ, ਤੁਹਾਡੇ ਵਿਵਾਦ ਬੜੇ ਰਹਿੰਦੇ ਨੇ ਚਰਚਾਵਾਂ ਦੇ ਵਿੱਚ। ਸਿਮਰਜੀਤ ਬੈਂਸ ਆਪਦੀ ਦਬੰਗਈ ਕਰਕੇ ਨਹੀਂ, ਵਿਵਾਦਾਂ ਕਰਕੇ ਵੀ ਬਹੁਤ ਰਹਿੰਦੇ ਨੇ। ਪਹਿਲਾਂ ਤੁਸੀਂ ਤਹਿਸੀਲਦਾਰ ਦਾ ਮਾਮਲਾ ਲਾ ਲਓ, CBI ਤੱਕ ਮਾਮਲਾ ਪਹੁੰਚ ਗਿਆ। ਕਹਿੰਦੇ ਵੀ ਬੈਂਸ ਇੱਕ ਪੋਲੀਟੀਸ਼ੀਅਨ ਘੱਟ ਤੇ ਸਿੱਧੇ ਲਫ਼ਜ਼ਾਂ ਦੇ ਵਿੱਚ ਕਹੀਏ ਤੇ ਉਹ ਉਸ ਵੇਲੇ ਸ਼ਾਇਦ ਤੁਹਾਡੇ ਤੇ ਗੁੰਡਿਆਂ ਵਾਲੇ ਇਲਜ਼ਾਮ ਲਾਏ ਗਏ। ਕਿਵੇਂ ਦੇਖਦੇ ਹੋ ਐਸੇ ਬਰਾੜ ਸਾਹਿਬ? ਬੜੇ ਇਲਜ਼ਾਮ ਤਰਾਸ਼ੀਆਂ, ਚੋਲੀ ਦਾਮਨ ਦਾ ਸਾਥ ਹੈਗਾ। ਮੇਰੇ ਤੇ ਨਹੀਂ ਇਹ ਇਲਜ਼ਾਮ, ਅਸਲ ਦੇ ਵਿੱਚ ਵਰਕਿੰਗ ਦੇ ਉੱਤੇ ਇਲਜ਼ਾਮ ਹੈ, ਕਾਰਜਸ਼ੈਲੀ ਦੇ ਉੱਤੇ ਇਲਜ਼ਾਮ ਹੈ। ਕਿਉਂਕਿ ਉਹ ਕੰਮ ਜਿਹੜੇ ਰਵਾਇਤੀ ਪੋਲੀਟੀਸ਼ੀਅਨਸ ਨਹੀਂ ਕਰਦੇ ਸੀਗੇ, ਲੋਕਾਂ ਨੂੰ ਖੱਜਲ ਖੁਆਰ ਕਰਕੇ ਸਰਕਾਰੀ ਅਫਸਰਾਂ ਕੋਲੋਂ ਲੁਟਾਉਣਾ, ਉਹਨਾਂ ਦਾ ਪੋਕਟ, ਸੋ ਇਹ ਬੰਦ ਹੋ ਗਿਆ। ਉਹ ਹਜਮ ਨਹੀਂ ਚੜ ਰਿਹਾ। ਇਸ ਕਰਕੇ ਮੇਰਾ ਨਹੀਂ ਖਿਆਲ ਵੀ ਕੋਈ ਸਾਲ ਇਦਾਂ ਦਾ ਖਾਲੀ ਗਿਆ ਹੋਵੇ ਜਦੋਂ ਉਹਨਾਂ ਨੇ ਕੋਈ ਮੁਸੀਬਤ ਖੜੀ ਕਰਨ ਦਾ ਯਤਨ ਨਾ ਕੀਤਾ ਹੋਵੇ। ਤਹਿਸੀਲਦਾਰ ਕਾਂਡ ਤੋਂ ਬਾਅਦ ਲਗਾਤਾਰ ਮੇਰੇ ਉੱਤੇ ਹੁਣ ਵੀ 17 ਦੇ ਕਰੀਬ FIRਾਂ ਨੇ। ਲਗਾਤਾਰ ਕੋਈ ਸਾਲ ਐਸਾ ਨਹੀਂ, ਕੋਈ ਸਾਲ ਬਿਨਾ FIR ਦਰਜ ਕੀਤੇ ਨਹੀਂ ਜਾਂਦਾ। ਸੋ ਲੋਕਾਂ ਦਾ ਪਿਆਰ। ਪਰ ਇਹ ਸੁਭਾਅ ਤੁਹਾਡਾ, ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ 'ਚ ਤੁਹਾਨੂੰ ਜ਼ਿਆਦਾ ਮਦਦ ਮਿਲਦੀ ਹੈ? ਲੋਕ ਦੇਖੋ, ਜੇ ਮੈਂ ਐਪਰੀਸ਼ੀਏਟ ਕਰਦੇ ਤੁਹਾਨੂੰ, ਜੇ ਮੈਂ ਝੂਠਾ ਹੋਊਂਗਾ, ਜੇ ਮੈਂ ਗਲਤ ਹੋਊਂਗਾ, ਲੋਕ ਕਿਉਂ ਐਪਰੀਸ਼ੀਏਟ ਕਰਨਗੇ? ਲੋਕ ਤਾਂ ਆਪਣੇ ਨੁਮਾਇੰਦੇ ਦੇ ਅੰਦਰ ਤੱਕ ਦਾ ਸਭ ਕੁਝ ਦੱਸਦੇ ਵੀ ਦਿਨ 'ਚ ਕਰਦਾ ਕੀ ਹੈ। ਇਹ ਨੁਮਾਇੰਦਿਆਂ ਦੀ ਹੁੰਦੀ ਆ ਵੀ ਲੋਕਾਂ ਨੂੰ ਕਿਹੜਾ ਪਤਾ ਲੱਗਦਾ, ਜੋ ਮਰਜ਼ੀ ਕਰੀ ਚਲੋ। ਜੇ ਮੈਂ ਝੂਠਾ ਜਾਂ ਗਲਤ ਹਾਂ ਤਾਂ ਫਿਰ ਮੈਨੂੰ ਲੋਕਤੰਤਰ ਦੇ ਵਿੱਚ ਵੋਟਰ ਪਨਿਸ਼ ਕਰੇਗਾ, ਲੋਕ ਪਨਿਸ਼ ਕਰਨਗੇ। ਪਰ ਇਹ 2002 ਤੋਂ ਤੁਰਿਆ ਹੋਇਆ ਕਾਫਲਾ ਗੁਰੂ ਦੀ ਕਿਰਪਾ ਵੱਧਦਾ ਜ਼ਰੂਰ ਗਿਆ। ਵੈਸੇ ਇੱਕ ਲੀਡਰ ਨੇ ਲਗਾਤਾਰ ਲੋਕਾਂ ਦੇ ਵਿੱਚ ਵਿਚਰਨਾ ਹੈ, ਲੋਕਾਂ ਦੇ ਘਰਾਂ ਤੱਕ ਜਾਣਾ ਹੈ, ਉਹਦੇ ਕੋਲੇ ਕੰਮ ਧੰਦੇ ਸਭ ਨੇ ਆਉਣਾ ਹੈ। ਪਰ ਸਿਮਰਜੀਤ ਬੈਂਸ ਤੇ ਕੁਝ ਐਸੇ ਇਲਜ਼ਾਮ ਲੱਗ ਗਏ
ਕਿ ਜਿਹੜੇ ਸ਼ਾਇਦ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਬੜਾ ਅੱਤ ਦਰਜੇ ਦਾ ਘਟੀਆ ਇਲਜ਼ਾਮ ਮੰਨਿਆ ਜਾਂਦਾ, ਉਹ ਤੁਹਾਡੇ ਤੇ ਲੱਗ ਗਏ, ਤੁਹਾਡੇ ਤੇ ਰੇਪ ਦਾ ਪਰਚਾ ਦਰਜ ਹੋ ਗਿਆ। ਇੱਕ ਨਹੀਂ, ਤੁਹਾਡੇ ਤੇ ਇੱਕ ਤੋਂ ਜ਼ਿਆਦਾ ਔਰਤਾਂ ਜਿਹੜੀਆਂ ਇਲਜ਼ਾਮ ਲਾਉਣ ਲਈ ਸਾਹਮਣੇ ਆ ਜਾਂਦੀਆਂ। ਠੀਕ ਹੈ। ਐਸੀ ਪੋਜੀਸ਼ਨ ਦੇ ਵਿੱਚ ਇੱਕ ਬੈਂਸ ਜਿਹੜਾ ਆਪਦੇ ਆਪ ਨੂੰ ਬੜਾ ਦਬੰਗ ਸਮਝਦਾ ਸੀ, ਤਾਂ ਬੈਂਸ ਨੂੰ ਇੱਕ ਵੇਲੇ ਝਟਕਾ ਲੱਗਿਆ ਕਿ ਐਸੇ ਇਲਜ਼ਾਮ ਤੋਂ ਬਾਅਦ ਘਰੇ ਵੀ ਆਉਣਾ ਥੋੜਾ ਜਿਹਾ ਔਖਾ ਹੋ ਜਾਂਦਾ ਆਪਦੇ, ਤੇ ਲੋਕਾਂ ਦੇ ਘਰੇ ਜਾਣਾ ਤਾਂ ਬਹੁਤ ਔਖਾ। ਦੇਖੋ ਜਿਹੜੀ ਨਾ ਸੱਚਾਈ ਆ ਉਹ ਸਾਹਮਣੇ ਆਉਣੀ ਆ ਜਦੋਂ ਸਾਰੇ ਰਾਹ ਰਸਤੇ ਬੰਦ ਹੋ ਗਏ ਨਾ, ਵੀ ਹੁਣ ਅਸੀਂ ਇਲਜ਼ਾਮ ਲਾਈਏ ਕੀ, ਫਿਰ ਇਹ ਚੂੜੀਆਂ ਦਾ ਸਹਾਰਾ ਲੈਣ ਵਾਲੇ ਪਾਸੇ ਨੂੰ ਵਿਰੋਧੀ ਤੁਰ ਪਏ। ਮੈਂ ਅੱਜ ਫਿਰ ਇਹ ਗੱਲ ਦਾਅਵੇ ਨਾਲ ਕਹਿੰਦਾ, ਮੇਰੇ ਤੇ FIR ਹੋਈ ਆ, ਸੱਚਾਈ ਸਾਹਮਣੇ ਆਊਗੀ। ਉਹ ਲੋਕ ਜਿਹੜੇ ਲੋਕਾਂ ਨੇ ਬਿਹਾਈਂਡ ਦਾ ਕਰਟਨ ਇਹ ਸਾਰੀ ਜਿਹੜੀ ਲੀਲਾ ਬਣਾਈ ਆ, ਸਾਰੇ ਕਰੈਕਟਰ ਪਾ ਕੇ ਰੰਗ ਭਰਨ ਦਾ ਯਤਨ ਕੀਤਾ, ਇਹ ਲੋਕ ਪਰਦੇ ਦੇ ਸਾਹਮਣੇ ਆ ਕੇ ਦੁਹਾਈ ਦੇ ਕੇ ਦੱਸਣਗੇ ਵੀ ਅਸਲੀਅਤ ਕੀ ਹੈ। ਕੋਰਟ ਦੇ ਹੁਕਮਾਂ ਤੇ ਪਰਚਾ ਦਰਜ ਹੋ ਗਿਆ, ਤੇ ਇਹ ਵੀ ਵਿਰੋਧੀ ਕਹਿੰਦੇ ਨੇ ਕਿ ਸਰਕਾਰ ਨਾਲ ਰਲਿਆ ਸਿਮਰਜੀਤ ਸਿੰਘ ਬੈਂਸ ਤੇ, ਤਾਂ ਕਰਕੇ ਗ੍ਰਿਫਤਾਰੀ ਨਹੀਂ ਹੋ ਰਹੀ। ਇਹੀ ਕਿਸੇ ਆਮ ਬੰਦੇ ਦੇ ਪਰਚਾ ਦਰਜ ਹੋ ਜਾਂਦਾ ਤਾਂ ਚੱਕ ਕੇ ਉਹਨੂੰ ਅੰਦਰ ਦਿੱਤੇ ਹੁੰਦੇ। ਦੇਖੋ ਗੱਲ ਸੁਣੋ, ਆਮ ਬੰਦੇ ਤੇ 17 ਪਰਚੇ ਵੀ ਨਹੀਂ ਦਰਜ ਹੁੰਦੇ। ਵਿਰੋਧੀਆਂ ਨੂੰ ਮੇਰਾ ਇਹ ਵੀ ਜਵਾਬ ਆ, ਜੇ ਬੈਂਸ ਤੇ ਕੋਰਟ ਦੇ ਨਿਯਮਾਂ ਅਨੁਸਾਰ ਪਰਚਾ ਦਰਜ ਹੋ ਗਿਆ, ਉਹ ਪਰਚਾ ਕੋਰਟ ਦਾ ਹੁਕਮ ਪੜ੍ਹ ਕੇ ਦੇਖੋ ਲਿਖਿਆ ਕੀ ਹੈ। ਕਈ ਤਰ੍ਹਾਂ ਦੀਆਂ ਆਡੀਓ ਵਾਇਰਲ ਹੁੰਦੀਆਂ ਨੇ, ਕਈ ਤਰ੍ਹਾਂ ਦੇ ਮੈਸੇਜ ਵਾਇਰਲ ਹੁੰਦੇ ਨੇ। ਆਹੋ, ਉਹ ਹੁਣ ਜਿਹੜੇ ਪੀੜਤ ਲੋਕ ਆ ਉਹਨਾਂ ਦੇ ਪੁਲਿਸ ਦੇ ਨਾਲ ਮੈਸੇਜ ਜਾਂ ਆਡੀਓ ਵਾਇਰਲ ਹੁੰਦੇ, ਉਹ ਮੇਰਾ ਤਾਂ ਉਹਦੇ 'ਚ ਕੋਈ ਲੈਣ ਦੇਣ ਨਹੀਂਗਾ। ਜਾਂ ਮੇਰਾ ਕੋਈ ਮੈਸੇਜ, ਮੇਰਾ ਕੋਈ ਕਿਸੇ ਪੁਲਿਸ ਅਫਸਰ ਦੇ ਨਾਲ ਵੀ ਰੇਡ ਕਰੋ ਜਾਂ FIR ਦਰਜ ਕਰੋ ਤਾਂ ਦੱਸ ਦੇਣ ਮੈਨੂੰ। ਉਹ ਲੋਕ ਜਿਹੜੇ ਬੁਰੀ ਤਰ੍ਹਾਂ ਵੋਟਰ ਨੇ ਨਕਾਰੇ ਹੋਏ ਆ, ਉਹ ਅੱਜ ਬਾਹਾਂ ਉੱਚੀਆਂ ਕਰ ਕਰਕੇ ਰੌਲਾ ਪਾਉਂਦੇ ਆ। ਜਿਹੜੇ ਲੋਕ ਕੌਂਸਲਰ ਦੀ ਚੋਣ ਤੱਕ ਸੱਤਾ ਪਕਸ਼ ਵਾਲੀ ਪਾਰਟੀ ਦੇ ਵਿੱਚ ਰਹਿੰਦੇ ਹੋਏ ਆਪਣੀ ਜ਼ਮਾਨਤ ਜ਼ਬਤ ਕਰਾ ਕੇ ਹਾਰ ਗਏ, ਅੱਜ ਉਹ ਚੂੜੀਆਂ ਦਾ ਸਹਾਰਾ ਲੱਭ ਕਹਿੰਦੇ ਵੀ ਅਸੀਂ MLA ਬਣਨਾ। ਸੋ ਇਹ MLA ਬਣਨ ਦੀ ਗੇਮ ਦੇ ਵਿੱਚ ਕਿਰਦਾਰ ਇੰਨਾ ਗਿਰ ਗਿਆ ਰਾਜਨੀਤੀ ਦੇ ਵਿੱਚ। ਕਿਤੇ ਤੁਸੀਂ ਆਫ ਰਿਕਾਰਡ ਲੀਡਰ ਤੋਂ ਪੁੱਛੋ ਵੀ ਇਹ ਕੀ ਆ, ਹਰ ਬੰਦਾ ਜਿਹੜਾ ਮੇਰਾ ਕੱਟੜ ਵਿਰੋਧੀ ਹੋਊਗਾ ਨਾ, ਉਹ ਵੀ ਕਹੂਗਾ ਵੀ ਯਾਰ ਇਹ ਗਲਤ ਪ੍ਰਥਾ ਤੋਰ ਲਈ ਇਹਨਾਂ ਨੇ। ਚਲੋ ਬੈਂਸ ਸਾਹਿਬ, ਇਲਜ਼ਾਮਾਂ ਦੀ ਗੱਲ ਹੋ ਗਈ, ਹੁਣ ਅੱਗੇ ਆਪਾਂ ਤੁਹਾਡੇ ਹਲਕੇ 'ਚ ਚੱਲ ਰਹੇ ਹਾਂ ਤੇ ਤੁਹਾਡੇ ਹਲਕੇ ਦੀ ਥੋੜੀ ਬਹੁਤੀ ਗੱਲਬਾਤ ਕਰਦੇ ਹਾਂ ਕਿ ਮੁੱਦੇ ਇੱਥੇ ਕਿਹੜੇ ਨੇ, ਔਰ ਬੈਂਸ ਨੂੰ ਕੀ ਲੱਗਦਾ ਕਿ ਕਿਹੜੇ ਮੁੱਦਿਆਂ ਤੇ ਲੋਕ ਇੱਕ ਵਾਰੀ ਫਿਰ ਤੋਂ ਤੁਹਾਨੂੰ ਜਿਤਾਉਣਗੇ। ਚੱਲਦੇ ਹਾਂ ਜੀ ਅੱਗੇ, ਗੱਲਬਾਤ ਜਾਰੀ ਰਹੇਗੀ। ਵਾਰਡ ਨੰਬਰ 47 ਦੇ ਵਿੱਚ ਇੰਨੀਆਂ ਕੁ ਦਿੱਕਤਾਂ ਨੇ ਕਿ ਜਿਹੜੀਆਂ ਆਪਾਂ ਬਿਆਨ ਕਰੀਏ ਤਾਂ ਬਿਆਨ ਕਰਦੇ ਕਰਦੇ ਵੀ ਸਮਾਂ ਬਹੁਤ ਜ਼ਿਆਦਾ ਲੱਗਦਾ ਹੈ। ਮਨਜੀਤ ਨਗਰ ਵਾਰਡ ਨੰਬਰ 47 ਦਾ ਇੱਕ ਇਸ ਤਰ੍ਹਾਂ ਦਾ ਪਛੜਿਆ ਹੋਇਆ ਇਲਾਕਾ ਹੈ, ਜਿੱਥੇ ਅਗਰ ਤੁਸੀਂ ਜਾਓਗੇ, ਵਿਜ਼ਿਟ ਕਰੋਗੇ, ਅਗਰ ਮੀਡੀਆ ਜਾਵੇ ਉਚੇਚੇ ਤੌਰ ਤੇ, ਤਾਂ ਉੱਥੇ ਗਲੀਆਂ ਦੇ ਲਈ ਜਿਹੜਾ ਸੀਵਰੇਜ ਹੈ ਉਹਦੀ ਪੋਜੀਸ਼ਨ ਇਹ ਹੈ ਕਿ ਸੀਵਰੇਜ ਦਾ ਲੈਵਲ ਉੱਚਾ ਹੈ ਤੇ ਗਲੀ ਦਾ ਲੈਵਲ ਬਿਲਕੁਲ ਡਾਊਨ ਹੈ। ਕਈ ਵਾਰ ਸਾਰੇ ਮੁਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਜਿਹੜੇ ਵਿਧਾਇਕ ਹੈ ਬੈਂਸ ਸਾਹਿਬ ਕੋਲ ਅਰਜ਼ ਕੀਤੀ, ਬੇਨਤੀ ਕੀਤੀ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ, ਪਰ ਬਿਲਕੁਲ ਵੀ ਕੋਈ ਕਿਸੇ ਪ੍ਰਕਾਰ ਦੀ ਸੁਣਵਾਈ ਨਹੀਂ ਹੋਈ। ਬੈਂਸ ਸਾਹਿਬ ਤਾਂ ਦਿਖੇ ਹੀ ਨਹੀਂ ਗਏ ਸਾਨੂੰ ਸਾਡੇ ਹਲਕੇ ਵਿੱਚ। ਮੈਂ ਤਾਂ ਕਦੇ ਦੇਖਿਆ ਨਹੀਂ ਵੀ ਕਿਸੇ ਦੀ ਸਮੱਸਿਆਵਾਂ ਤੇ ਆਏ ਹੋਣ ਜਾਂ ਕਿਸੇ ਦੀ ਪ੍ਰੋਬਲਮ ਦੇ ਵਿੱਚ ਆਏ ਹੋਣ, ਮੈਂ ਨਹੀਂ ਕਦੇ ਉਹਨਾਂ ਨੂੰ ਦੇਖਿਆ। ਤੇ ਸਮੱਸਿਆਵਾਂ ਤਾਂ ਇੰਨੀਆਂ ਨੇ, ਜਿੱਥੇ ਤੁਸੀਂ ਗੱਲ ਕਰੋ ਸਮੱਸਿਆਵਾਂ ਦੀ, ਕਾਰਪੋਰੇਸ਼ਨ ਦੇ ਵਿੱਚ ਲੋਕ ਜਾਂਦੇ ਨੇ, ਬਜ਼ੁਰਗ ਜਾਂਦੇ ਨੇ, ਮੇਰੇ ਹਾਣ ਦੇ ਕੋਈ ਹੋਵੇ, ਕੋਈ ਕਾਰਪੋਰੇਸ਼ਨ ਦੇ ਵਿੱਚ ਜਾਂਦੇ ਆ ਜੀ, ਉਹ 1 ਨੰਬਰ ਕਮਰੇ ਚਲ ਜਾਓ, 10 ਨੰਬਰ ਕਮਰੇ ਚਲ ਜਾਓ, ਉਹ ਹੱਲ ਕੋਈ ਹੁੰਦਾ ਨਹੀਂ, ਨਾ ਕਾਰਪੋਰੇਸ਼ਨ ਦਾ ਹੁੰਦਾ। ਸੁਵਿਧਾ ਸੈਂਟਰ ਦੇਖੋ ਜੀ, ਉਹ ਸੁਵਿਧਾ ਸੈਂਟਰ ਤਾਂ ਨਹੀਂ, ਉਹਨਾਂ ਨੂੰ ਕਹਿੰਦਾ ਉਹਨਾਂ ਦੇ ਆਫਿਸ ਵਿੱਚ ਜਾਣਾ ਪੈਂਦਾ। ਲੋਕੀ ਜਾਂਦੇ ਆ ਸਮੱਸਿਆਵਾਂ ਵਾਲੇ, ਪਰ ਉੱਥੇ ਕਹਿ ਲਓ ਇੱਕ ਨਾਮ ਦੀ ਇੱਕ ਪਰਚੀ ਜੀ ਬਣ ਜਾਂਦੀ ਆ ਵੀ ਜਾ ਤੇਰਾ ਕੰਮ ਹੋ ਜਾਊਗਾ। ਕੰਮ ਤਾਂ ਦੇਖੋ ਪ੍ਰੋਪਰ ਤਰੀਕੇ ਨਾਲ, ਜੇ ਕੋਈ ਕਾਰਪੋਰੇਸ਼ਨ ਜਾਂ ਪਟਵਾਰਖਾਨੇ ਦਾ ਕੰਮ ਆ ਉਹ ਤਾਂ ਪ੍ਰੋਪਰ ਤਰੀਕੇ ਨਾਲ ਹੀ ਹੁੰਦਾ। ਉਹ ਜੇ ਕਹੀਏ ਪਰਚੀ ਦੇ ਉੱਤੇ, ਹੁਣ ਕੋਈ ਅਫਸਰ ਵੀ ਨਹੀਂ ਦੇਖਦਾ ਪਰਚੀ ਕਿਹਦੀ ਹੈ ਜਾਂ ਕਿਹਦੀ ਹੈ, ਚਾਹੇ ਕੁਛ ਵੀ ਹੋਵੇ, ਕੁਛ ਨਹੀਂ ਸੁਣਵਾਈ ਹੈਗੀ। ਲੁਧਿਆਣੇ ਦੇ ਆਤਮਨਗਰ ਹਲਕੇ ਦੇ ਮੁੱਦੇ ਕੀ ਨੇ, ਆਖਿਰ ਉਹ ਕਿਹੜੇ ਮੁੱਦੇ ਨੇ ਜਿਹੜੇ ਲਗਾਤਾਰ ਸਿਮਰਜੀਤ ਸਿੰਘ ਬੈਂਸ ਨੂੰ 2 ਵਾਰੀ ਵਿਧਾਇਕ ਬਣਾ ਦਿੰਦੇ ਨੇ। ਬੈਂਸ ਸਾਹਿਬ ਆਜੋ ਚਲਦੇ ਚਲਦੇ ਕਰ ਲੈਂਦੇ ਗੱਲ। ਬੈਂਸ ਸਾਹਿਬ, ਕਿਹੜੇ ਮੁੱਖ ਤੌਰ ਤੇ ਮੁੱਦੇ ਤੁਹਾਨੂੰ ਕਿਹੜੇ ਲੱਗਦੇ ਆ, ਕਿ ਕਿਹੜੀਆਂ ਐਸੀਆਂ ਚੀਜ਼ਾਂ ਸੀ ਜਿਨ੍ਹਾਂ ਨੇ ਤੁਹਾਨੂੰ ਇੱਥੇ ਵਿਧਾਇਕ ਬਣਾਇਆ, ਜਿਹੜੇ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ, ਤੇ ਉਹ ਕਿਹੜੇ ਵਾਅਦੇ ਤੁਸੀਂ ਪੂਰੇ ਕੀਤੇ ਜਿਨ੍ਹਾਂ ਨੇ ਤੁਹਾਨੂੰ ਰਿਪੀਟ ਵੀ ਕਰਾਇਆ? ਮੈਂ ਜਦੋਂ 2002 ਦੇ ਵਿੱਚ ਇਲੈਕਸ਼ਨ ਲੜਿਆ ਨਾ ਕੌਂਸਲਰ ਦਾ, ਮੈਂ ਇਲਾਕੇ ਦੇ ਵੋਟਰਸ ਨੂੰ ਸਪੀਚ ਨਹੀਂ ਸੀ ਕਰਨੀ ਆਉਂਦੀ, ਸਿਰਫ 2 ਲਾਈਨਾਂ ਬੋਲਦਾ ਸੀ, ਤੁਸੀਂ ਮੈਨੂੰ ਕੌਂਸਲਰ ਬਣਾ ਦਿਓ, ਮੈਂ ਤੁਹਾਨੂੰ ਕੌਂਸਲਰ ਦੇ ਅਰਥ ਦੱਸੂ ਵੀ ਕੌਂਸਲਰ ਲੋਕਾਂ ਲਈ ਕੀ ਕਰ ਸਕਦਾ। ਫਿਰ 2012 ਦੀ ਵਿਧਾਨ ਸਭਾ, ਪ੍ਰੋਬਲਮ ਕੀ ਆ, ਲੋਕਾਂ ਦੇ
ਉਹ ਮਾਤੜ ਸਾਥੀ ਜਿਨ੍ਹਾਂ ਦੇ ਰੋਜ਼ਮਰਾ ਜ਼ਿੰਦਗੀ ਦੇ ਕੰਮ ਹੈਗੇ ਆ ਸਰਕਾਰੀ ਦਫ਼ਤਰਾਂ ਦੇ ਵਿੱਚ, ਮਸਲਨ ਇੱਕ ਗਰੀਬ ਬੰਦਾ ਤਨਖਾਹ ਕਿੰਨੀ ਆ 12,000 15,000, ਉਹ ਕਿਤੇ ਪਟਵਾਰਖਾਨੇ, ਤਹਿਸੀਲ, ਚੌਂਕੀ, ਥਾਣਾ, ਨਗਰ ਨਿਗਮ ਗਿਆ, ਉੱਥੇ ਬੈਠਾ ਬਾਬੂ ਕੋਲ ਵੀ 15,000 ਰੁਪਇਆ ਰਿਸ਼ਵਤ ਦੇ ਦੇ। ਹੁਣ ਉਹ 15,000 ਰੁਪਇਆ ਰਿਸ਼ਵਤ ਦਿੰਦਾ ਤੇ ਸਮਝ ਲਓ ਸਾਲ ਦਾ ਬਜਟ ਜਿਹੜਾ ਡਾਮਾਡੋਲ ਆ। ਅਸਲ ਬੇਸਿਕ ਫੰਡਾ ਅਸੀਂ 2 MLA ਦਿਨ ਦੇ ਵਿੱਚ ਤਕਰੀਬਨ 8-9 ਘੰਟੇ ਸਾਡੀ ਦਫ਼ਤਰ ਦੀ ਸਿਟਿੰਗ ਆ। ਅਵੇਲੇਬਿਲਟੀ, ਕੋਈ ਬੰਦਾ ਆਵੇ ਉਹਨੂੰ ਪਤਾ ਵੀ ਹਾਂ ਵੀ ਦੋਨੋਂ ਬੈਂਸ ਬੈਠਿਆ, ਜੇ ਦੋਨੋਂ ਨਾ ਹੋਣਗੇ ਇੱਕ ਤਾਂ ਪੱਕਾ ਹੀ ਆ ਨਾ। ਇਹ ਲੋਕਾਂ ਦੀ ਦਿੱਕਤ ਦੂਰ ਕਰਨੀ, ਬਿਨਾਂ ਰਿਸ਼ਵਤ ਤੋਂ ਕੰਮ ਕਰਾਉਣੇ। ਤੇ ਰਹਿ ਗਈ ਗੱਲ ਡਿਵੈਲਪਮੈਂਟ ਦੀ, ਮੈਨੂੰ 2002 ਦਾ ਵੇਲਾ ਯਾਦ ਹੈ ਜਦੋਂ ਮੈਂ ਪਹਿਲੀ ਵਾਰੀ ਕੌਂਸਲਰ ਬਣਿਆ। ਲਾ ਗੁਰਪਾਲ ਨਗਰ ਇਦੋਂ ਅਗਲਾ ਮਹੱਲਾ ਲਹਾਰੇ ਤੱਕ ਸਾਰਾ ਏਰੀਆ ਸਾਡਾ ਕੱਚਾ ਸੀਗਾ। ਸੜਕਾਂ ਦਾ, ਗਲੀਆਂ ਦਾ ਬੜੀ ਦੂਰ ਦੀ ਗੱਲ ਆ। ਬੇਸਿਕ ਅਮੈਨਿਟੀਜ਼ ਮਤਲਬ ਕਿ ਪਾਣੀ, ਸੀਵਰ, ਸਟਰੀਟ ਲਾਈਟ, ਇਹ ਵੀ ਹੈ ਨਹੀਂ ਸੀ। ਲੋਕ ਗੱਲਾਂ ਮਾਰੀ ਜਾਣੇ। 5 ਸਾਲ ਪ੍ਰਵਾਸੀ ਪੰਛੀ ਆਉਂਦੇ, ਜਦੋਂ ਵੋਟਾਂ ਆ ਜਾਂਦੀਆਂ ਬਰਸਾਤਾਂ ਦੇ ਵਿੱਚ, ਜਿਵੇਂ ਡੱਡੂਆਂ ਦੀ ਫਿਰ ਟਰੈਂ ਸੁਣਦੀ ਹੈ, ਇਹ ਬਰਸਾਤੀ ਡੱਡੂ ਆ, ਇਹ ਪ੍ਰਵਾਸੀ ਪੰਛੀ ਹੈ, ਵੋਟਾਂ 'ਚ ਆਉਂਦੇ ਆ। ਮੁੜ ਕੇ ਮਾਤੜਾਂ ਦੀ ਕੋਈ ਬਾਹ ਨਹੀਂ ਫੜਦਾ, ਕਿਸੇ ਦਾ ਨਹੀਂ ਪਤਾ ਵੀ ਬੈਠਣ ਦਾ ਦਫ਼ਤਰ ਕਿਹੜਾ, ਉਹਦਾ ਸਮਾਂ ਕਿਹੜਾ, ਉਹਦਾ ਘਰ ਕਿਹੜਾ, ਨਹੀਂ ਪਤਾ। ਪਰ ਹੁਣ ਅੱਗੇ ਤੁਹਾਨੂੰ ਕੀ ਲੱਗਦਾ ਹੈ ਕਿ ਚਲੋ ਚੋਣਾਂ ਫਿਰ ਸਿਰ ਤੇ ਆ ਗਈਆਂ, ਹੁਣ ਕਿਹੜਾ ਮੁੱਖ ਮੁੱਦਾ ਹੈ ਜਿਹੜਾ ਬੈਂਸ ਨੇ ਲੈ ਕੇ ਜਾਣਾ ਲੋਕਾਂ ਕੋਲੇ? ਮੇਰੀ ਗੱਲ ਸਮਝੇ ਨਹੀਂ ਆ ਤੁਸੀਂ। ਦੇਖ ਲਿਆ ਨਾ ਵੀ ਤੁਹਾਨੂੰ ਕਿਤੇ ਲੱਗਦਾ ਕੋਈ ਬੇਸਿਕ ਕਮਿਊਨਿਟੀ ਦੀ ਕਮੀ ਹੋਵੇ, ਤੁਹਾਨੂੰ ਕਿਤੇ ਲੱਗਦਾ ਵੀ ਕੋਈ ਕਿਤੇ ਪੈਂਚਰ ਲੱਗਣ ਵਾਲਾ, ਕੋਈ ਹੋਣ ਵਾਲਾ ਕੰਮ ਹੋਵੇ। ਨੰਬਰ ਦੂਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਉਹ ਹੈਗਾ ਵੀ ਅਵੇਲੇਬਿਲਟੀ। ਦਫ਼ਤਰ ਆ, ਉਹ ਦਫ਼ਤਰ ਜਿਹਦੀ ਰੀਸ ਕਰਕੇ ਬਾਦਲਾਂ ਦੀ ਸਰਕਾਰ ਨੇ ਸੇਵਾ ਕੇਂਦਰ ਬਣਾਏ ਸੀ, ਉਹ ਸੇਵਾ ਕੇਂਦਰ ਤਾਂ ਫੇਲ ਆ। ਪਰ ਲੋਕ ਇਨਸਾਫ ਪਾਰਟੀ ਦਾ ਸੇਵਾ ਕੇਂਦਰ ਜਿਹੜਾ ਉਹ ਬਾਖੂਬੀ, ਜਿਹਦੇ ਤੋਂ ਸਿੱਖਿਆ ਤੇ ਸੇਧ ਲਈ ਸੀ, ਉਹ ਬਾਖੂਬੀ ਚੱਲ ਰਿਹਾ। ਮਜਾਲ ਕੀ ਇਹ ਸਾਡੇ ਇਲਾਕੇ ਦੇ ਲੋਕ ਆ, ਕੋਈ ਫੋਨ ਤੇ ਕਹਿ ਦੇਣ ਵੀ ਫਲਾਂ ਅਫਸਰ ਪੈਸੇ ਮੰਗਦਾ ਜੀ, ਉੱਥੇ ਖੜੇ ਆ, ਲੈ ਮਿੰਟੋ ਮਿੰਟੀ ਫੋਨ ਦੇ ਉੱਤੇ ਉਹਦਾ ਕੰਮ, ਤੇ ਅਫਸਰ ਪੁੱਛੂਗਾ ਵੀ ਸਰ ਚਾਹ ਪੀ ਕੇ ਜਾਇਓ, ਉਹੀ ਅਫਸਰ ਜਿਹੜਾ ਪੈਸੇ ਮੰਗਦਾ ਉਹ ਚਾਹ ਪਿਲਾ ਕੇ ਤੋਰਦਾ, ਵੀ ਉੱਥੇ ਜਾ ਕੇ ਕਹਿ ਦਵੇਂ ਵੀ ਹਾਂ ਮੇਰਾ ਕੰਮ ਬਹੁਤ ਸਤਿਕਾਰ ਦੇ ਨਾਲ ਹੋਇਆ। ਅਸਲ ਲੋਕਤੰਤਰ ਪ੍ਰਕਿਰਿਆ ਦੇ ਵਿੱਚ ਲੋਕ ਮਾਲਕ ਆ, ਇਹਨਾਂ ਨੂੰ ਮਾਲਕੀ ਦਾ ਅਹਿਸਾਸ ਕਰਾਉਣਾ ਵੀ ਮਾਲਕ ਤੁਸੀਂ ਆ, ਅਸੀਂ ਤਾਂ ਸਿਰਫ ਚੌਕੀਦਾਰ ਆ, ਨੌਕਰ ਆ ਤੁਹਾਡੇ। ਅਸੀਂ ਤਾਂ ਬਿਊਰੋਕ੍ਰੇਸੀ ਤੋਂ, ਤੁਹਾਡਾ ਕੰਮ ਇੱਜ਼ਤ ਤੇ ਮਾਣ ਦੇ ਨਾਲ, ਬਿਨਾਂ ਪੈਸਿਆਂ ਤੋਂ। ਅਸੀਂ ਉਸ ਕਨਸੈਪਟ ਨੂੰ ਲੈ ਕੇ ਤੁਰੇ ਹਾਂ। ਅਸੀਂ ਗੁਰੂ ਦੀ ਕਿਰਪਾ, ਗੁਰੂ ਘਰ ਦੇ ਸਾਹਮਣੇ ਖੜੇ ਹਾਂ। ਆਈ ਐਮ ਵੈਰੀ ਮਚ ਸੈਟਿਸਫਾਈਡ ਕਿ ਮੈਂ ਜਿਹੜਾ ਮਿਸ਼ਨ ਆਪਣੇ ਮਨ ਦੇ ਵਿੱਚ ਲੈ ਕੇ ਰਾਜਨੀਤਿਕ ਸੇਵਾ ਦੇ ਸਫ਼ਰ ਤੇ ਤੁਰਿਆ ਸੀ, ਗੁਰੂ ਨੇ ਪੂਰਾ ਕੀਤਾ। ਤਾਂ ਸਿਮਰਜੀਤ ਸਿੰਘ ਬੈਂਸ ਨੂੰ ਲੱਗਦਾ ਹੈ ਕਿ ਲੋਕਾਂ ਦੇ ਵਿੱਚ, ਲੋਕਾਂ ਦਾ ਦਿਲ ਜਿੱਤਣ ਦੇ ਲਈ ਕਹਿੰਦੇ ਕਿ ਸਭ ਤੋਂ ਮੁੱਖ ਤੌਰ ਤੇ ਜੇ ਇਹ ਕੰਮ ਆ ਰਿਹਾ ਤਾਂ ਉਹ ਪਬਲਿਕ ਡੀਲਿੰਗ ਹੈ, ਲੋਕਾਂ ਦੇ ਨਾਲ ਮਿਲਣਾ ਵਰਤਣਾ। ਤੇ ਜਿਹੜੇ ਦਬੰਗਈ ਸੁਭਾਅ ਦੇ ਨਾਲ ਕਹਿੰਦੇ ਨੇ ਕਿ ਲੋਕਾਂ ਦੇ ਕੰਮ ਹੋ ਰਹੇ ਨੇ, ਲੋਕਾਂ ਤੋਂ ਰਿਸ਼ਵਤ ਮੰਗਣੀ ਜਿਹੜੀ ਅਫਸਰਾਂ ਨੇ ਬੰਦ ਕਰ ਦਿੱਤੀ, ਕਹਿੰਦੇ ਕਿ ਇਹ ਲੱਗਦਾ ਇੱਕ ਵੱਡਾ ਕਾਰਨ ਆ। ਔਰ ਇਸੇ ਕਰਕੇ ਅੱਗੇ ਵੀ ਦਾਵਾ ਕਿ ਲੋਕ ਇਹਨਾਂ ਨੂੰ ਹੀ ਚੁਣਨਗੇ। ਪਰ ਫੈਸਲਾ ਪੰਜਾਬ ਦੀ ਔਰ ਖਾਸ ਕਰਕੇ ਬੈਂਸ ਦੀ ਕਿਸਮਤ ਦਾ ਫੈਸਲਾ ਤਾਂ ਉਹਨਾਂ ਦੇ ਹਲਕੇ ਆਤਮਨਗਰ ਦੀ ਜਨਤਾ ਨੇ ਕਰਨਾ ਹੈ। ਆਤਮਨਗਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਇੱਕ ਆਪਣਾ ਵੱਖਰਾ ਸਿਆਸੀ ਸਟਾਈਲ ਹੈ। ਬੈਂਸ ਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਦਾ ਦਬੰਗ ਸੁਭਾਅ ਲੋਕਾਂ ਨੂੰ ਪਸੰਦ ਆ ਰਿਹਾ, ਤੇ ਇਸੇ ਲਈ ਅੱਜ ਉਹ ਦੂਜੀ ਵਾਰ ਵਿਧਾਇਕ ਨੇ। ਪਰ ਇਸ ਵਾਰ ਚੋਣਾਂ 'ਚ ਕੀ ਹੋਏਗਾ, ਲੋਕ ਕਿਸ ਦੇ ਹੱਕ 'ਚ ਫਤਵਾ ਦੇਣਗੇ, ਇਹ ਸਮਾਂ ਦੱਸੇਗਾ। ਫਿਲਹਾਲ ਅੱਜ ਰਣਨੀਤੀਵਿਦ ਰਾਜਨੇਤਾ 'ਚ ਇੰਨਾ ਹੀ। ਅੱਗੇ ਕਿਸੇ ਹੋਰ ਲੀਡਰ ਦੇ ਨਾਲ ਕਿਸੇ ਹੋਰ ਹਲਕੇ ਤੋਂ ਫਿਰ ਹੋਵਾਂਗੇ ਹਾਜ਼ਰ। ਧੰਨਵਾਦ।